ਸਤਿ ਸ਼੍ਰੀ ਅਕਾਲ ਬੱਚਿਓ ਆਪਾਂ ਇਸ ਤੋਂ ਪਹਿਲਾਂ ਸਿੱਖ ਹਿਸਟਰੀ ਚਲਾ ਰੱਖੀ ਹੈ। ਉਹਦਾ ਤੀਸਰਾ ਪਾਰਟ ਅੱਜ ਕਰਨ ਜਾ ਰਹੇ ਹਾਂ। ਬੱਚਿਓ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਲਿਆ ਸੀ, ਉਹਨਾਂ ਦੇ ਕੰਮ ਦੇਖ ਲਏ ਸੀ ਅਤੇ ਉਹਨਾਂ ਦੀਆਂ ਉਦਾਸੀਆਂ ਦੇਖ ਲਈਆਂ ਬੱਚਿਓ। ਤਾਂ ਇਸ ਤੋਂ ਬਾਅਦ ਬੱਚਿਓ ਆਪਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਬੜਮੁੱਲਾ ਯੋਗਦਾਨ ਦੇਖਿਆ। ਇਸ ਤੋਂ ਬਾਅਦ ਬੱਚਿਓ ਆਪਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਆਪਾਂ ਅਮਰਦਾਸ ਜੀ ਦਾ ਅਤੇ ਚੌਥੇ ਗੁਰੂ ਰਾਮਦਾਸ ਜੀ ਦਾ ਅਤੇ ਇਸ ਤੋਂ ਬਾਅਦ ਬੱਚਿਓ ਆਪਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬੜਮੁੱਲਾ ਯੋਗਦਾਨ ਅਤੇ ਉਹਨਾਂ ਦੀ ਅਸੀਂ ਸ਼ਹੀਦੀ ਅਤੇ ਇਸ ਤੋਂ ਬਾਅਦ ਬੱਚਿਓ ਅਸੀਂ ਛੇਵੇਂ ਗੁਰੂ ਜਾਂ ਸ਼ਹੀਦੀ ਦੀ ਆਪਾਂ ਬੱਚਿਓ ਦੇਖੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ। ਛੇਵੇਂ ਗੁਰੂ ਬੱਚਿਓ ਆਪਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਯੋਗਦਾਨ, ਉਹਨਾਂ ਦਾ ਸਿੱਖ ਇਤਿਹਾਸ ਨੂੰ ਜਾਂ ਸਿੱਖਾਂ ਨੂੰ ਜਾਂ ਪੰਜਾਬੀਅਤ ਨੂੰ ਕੀ ਦੇਣ ਹੈ, ਕੀ ਬੜਮੁੱਲਾ ਯੋਗਦਾਨ ਉਹਨਾਂ ਦਾ ਬੱਚਿਓ। ਆਓ ਆਪਾਂ ਉਹਨਾਂ 'ਤੇ ਝਾਤ ਮਾਰੀਏ ਅਤੇ ਸਿੱਖੀਏ। ਬੱਚਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਜਨਮ ਦੱਸਣਾ ਚਾਹੁੰਦਾ। 14 ਜੂਨ 1595 ਅੰਮ੍ਰਿਤਸਰ ਜ਼ਿਲ੍ਹੇ ਦੇ ਬਡਾਲੀ ਪਿੰਡ 'ਚ ਹੋਇਆ ਬੱਚਿਓ। ਯਾਦ ਰੱਖਣਾ, ਬਡਾਲੀ ਜ਼ਿਲ੍ਹਾ ਅੰਮ੍ਰਿਤਸਰ। ਤਾਂ ਬੱਚਿਓ ਪਿਤਾ ਦਾ ਨਾਮ ਤੁਸੀਂ ਗੈਸ ਕਰੋ, ਸ਼੍ਰੀ ਗੁਰੂ ਅਰਜਨ ਦੇਵ ਜੀ। ਮਾਤਾ ਦਾ ਨਾਮ ਬੱਚਿਓ ਗੰਗਾ ਦੇਵੀ। ਯਾਦ ਰੱਖਣਾ ਬੱਚਿਓ, ਪਿਤਾ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਦਾ ਨਾਮ ਗੰਗਾ ਦੇਵੀ ਜੀ। ਬੱਚਿਓ ਬਚਪਨ ਵਿੱਚ ਵੀ ਪੰਜਾਬੀ, ਸੰਸਕ੍ਰਿਤ, ਪ੍ਰਕਿਰਤਿਕ ਦਾ ਡੂੰਘਾ ਅਧਿਐਨ ਕਰ ਲਿਆ ਸੀ ਇਹਨਾਂ ਨੇ ਅਤੇ ਅਸਤਰਾਂ ਸ਼ਸਤਰਾਂ ਦੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਇਹਨਾਂ ਨੇ। ਇਹ ਤੁਸੀਂ ਯਾਦ ਰੱਖਣਾ ਹੈ। ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ 3 ਵਿਆਹ ਹੋਏ, ਉਹਨਾਂ ਦੇ ਸਰੋਤ ਕਹਿੰਦੇ ਨੇ ਬੱਚਿਓ ਇਹ, ਅਤੇ ਕਈ ਸਰੋਤਾਂ ਦੇ ਵਿੱਚ ਬੱਚਿਓ ਇੱਕ ਵਿਆਹ ਵੀ ਦਰਸਾਇਆ ਗਿਆ। ਤਾਂ ਬੱਚਿਓ ਇਹ ਯਾਦ ਰੱਖਣਾ, ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਹਾਦੇਵੀ ਜੀ। ਬੱਚਿਓ ਉਹਨਾਂ ਦੇ ਪੁੱਤਰ 5 ਪੁੱਤਰ ਬਾਬਾ ਗੁਰਦਿੱਤਾ ਜੀ, ਅਨੀ ਰਾਏ, ਸੂਰਜਮਲ, ਅਟੱਲ ਰਾਏ, ਤੇਗ ਬਹਾਦਰ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਬੱਚਿਓ ਦੁਬਾਰਾ ਰਿਪੀਟ ਕਰਦਾ ਬੱਚਿਓ, ਬਾਬਾ ਗੁਰਦਿੱਤਾ ਜੀ, ਅਨੀ ਰਾਏ, ਸੂਰਜਮਲ, ਅਟੱਲ ਰਾਏ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਸਪੁੱਤਰੀ ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੀਬੀ ਬੀਰੋ। ਤਾਂ ਬੱਚਿਓ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਭ ਤੋਂ ਬੜਮੁੱਲਾ ਕੰਮ ਤੁਹਾਨੂੰ ਪਤਾ ਹੀ ਹੈ ਸਿੱਖ ਇਤਿਹਾਸ ਦੇ ਵਿੱਚ ਕੀ ਹੈ, ਨਵੀਂ ਨੀਤੀ ਅਪਣਾਉਣਾ। ਨਵੀਂ ਨੀਤੀ ਅਪਣਾਉਣਾ ਬੱਚਿਓ, ਨਵੀਂ ਨੀਤੀ ਦੇ ਵਿੱਚ ਸਭ ਤੋਂ ਨਵੀਂ ਨੀਤੀ ਦੇ ਵਿੱਚ ਹੈ ਕੀ ਸੀ ਬੱਚਿਓ। ਨਵੀਂ ਨੀਤੀ ਦੇ ਦੌਰਾਨ ਇਹਨਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸੀ, ਯਾਦ ਹੋਣਾ ਤੁਹਾਨੂੰ। ਜਾਂ ਇਹ ਕਹਿ ਲਈਏ ਬੱਚਿਓ, ਜਿਹੜੇ ਹੁਣ ਤੱਕ ਦੇ ਆਪਣੇ 5 ਗੁਰੂ ਹੋਏ ਪਹਿਲੇ, ਉਹਨਾਂ ਦਾ ਮੁਗਲਾਂ ਨਾਲ ਜਿਹੜੇ ਸੰਬੰਧ ਸੀ ਅਤੇ ਉਹ ਅੱਛੇ ਸੀ। ਜਿਹੜੇ ਮੁਗਲ ਸ਼ਾਸਕ ਸੀ ਉਹ ਵੀ ਉਦਾਰਵਾਦੀ ਨੀਤੀ ਦੇ ਨਾਲ ਸੀ, ਨਿਮਰ ਸੁਭਾਅ ਦੇ ਸੀ ਬੱਚਿਓ। ਪਰ ਇਸ ਤੋਂ ਬਾਅਦ ਬੱਚਿਓ ਜਹਾਂਗੀਰ ਜ਼ੁਲਮ ਕਰਨ ਲੱਗ ਗਿਆ। ਜਹਾਂਗੀਰ ਦੇ ਜ਼ੁਲਮਾਂ ਤੋਂ ਤੰਗ ਹੋ ਕੇ ਬੱਚਿਓ ਉਹਨਾਂ ਦੇ ਅਨਿਆਂ ਨੂੰ ਸਹਿਣ ਨਾ ਕਰਕੇ ਗੁਰੂ ਜੀ ਨੇ ਵੀ ਅਤੇ ਇਹ ਧਾਰ ਲਿਆ ਵੀ ਹੁਣ ਸਾਨੂੰ ਸਿੱਖਾਂ ਨੂੰ ਇਕਜੁੱਟ ਹੋ ਕੇ ਇਹਨਾਂ ਜ਼ੁਲਮਾਂ ਦੇ ਵਿਰੁੱਧ ਲੜਨਾ ਪਊਗਾ ਬੱਚਿਓ। ਤਾਂ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਬੱਚਿਓ। ਸਭ ਤੋਂ ਇੱਥੇ ਮੋਸਟ ਪੁਆਇੰਟ ਜਿਹੜਾ ਉਹ ਦੇਖਣ ਲਈ ਬਣਦਾ ਹੈ, 2 ਤਲਵਾਰਾਂ ਮੀਰੀ ਅਤੇ ਪੀਰੀ। ਬੱਚਿਓ ਜਿਹੜੀ ਮੀਰੀ ਤਲਵਾਰ ਸੀ ਸੰਸਾਰਕ ਵਿਸ਼ਿਆਂ ਨੂੰ ਡੈਡੀਕੇਟਡ ਸੀ, ਜਾਂ ਇੰਡੀਕੇਟ ਕਰਦੀ ਹੈ ਜਾਂ ਅਗਵਾਈ ਕਰਦੀ ਹੈ ਬੱਚਿਓ। ਪੀਰੀ ਤਲਵਾਰ ਆ ਬੱਚਿਓ ਜਿਹੜੀ, ਉਹ ਧਾਰਮਿਕ ਰਹਿਨੁਮਾਈ ਦਾ ਚਿੰਨ੍ਹ ਹੈ ਬੱਚਿਓ। ਇਹ ਦੋਨੇ ਦਿਮਾਗ ਦੇ ਵਿੱਚ ਫੈਕਟਰ ਨੇ ਬੱਚਿਓ, ਬਹੁਤ ਉਲਝੇ ਨੇ ਬੱਚੇ ਇੱਥੇ, ਪਰ ਇੱਥੇ ਇੱਕ ਤਲਵਾਰ ਯਾਦ ਰੱਖ ਲਿਓ, ਪੀਰੀ ਪੀਰਾਂ ਵਾਸਤੇ, ਧਾਰਮਿਕ ਵਾਸਤੇ ਬੱਚਿਓ। ਅਤੇ ਇਸ ਤੋਂ ਬਾਅਦ ਬੱਚਿਓ ਰਾਜਸੀ ਚਿੰਨ੍ਹ ਅਪਣਾਉਣਾ। ਕਲੰਗੀ ਲਾ ਲਈ ਬੱਚਿਓ, 12 ਅੰਗ ਰੱਖ ਕੇ ਰੱਖੇ ਸੀ ਗੁਰੂ ਜੀ ਨੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਬੱਚਿਓ ਇੱਕ ਮੈਂ ਇੱਥੇ ਪੁਆਇੰਟ ਕਲੀਅਰ ਕਰਨਾ ਚਾਹੁੰਦਾ, ਇਹਨਾਂ ਨੂੰ ਸੱਚੇ ਪਾਤਸ਼ਾਹ ਦੀ ਉਪਾਧੀ ਮਿਲੀ ਹੋਈ ਹੈ ਬੱਚਿਓ। ਇਹਨਾਂ ਨੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ਸੀ, ਕਿਹਨਾਂ ਨੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਬੱਚਿਓ ਇੱਥੇ ਥੋੜ੍ਹਾ ਜਿਹਾ ਕਨਫਿਊਜ਼ਨ ਹੋ ਜਾਂਦੇ ਨੇ ਬੱਚੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਨਹੀਂ, 6ਵੇਂ ਗੁਰੂ ਆਪਣੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੇ ਕੀ ਕੀਤਾ, ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ਬੱਚਿਓ। ਹੁਣ ਸਿੱਖ ਸੈਨਾ ਦਾ ਸੰਗਠਨ ਕੀਤਾ ਇਹਨਾਂ ਨੇ
500 ਸਿੱਖਾਂ ਨੂੰ ਪੰਜ ਜਥਿਆਂ ਦੇ ਵਿੱਚ ਵੰਡ ਲਿਆ ਬੱਚਿਓ। ਉਹਨਾਂ ਦੇ ਜਥੇਦਾਰ ਬਣਾਤੇ। ਜਥੇਦਾਰ ਵੀ ਬੱਚਿਓ ਬਹੁਤ ਘੈਂਟ ਸੀ ਉਦੋਂ। ਬਿਧੀ ਚੰਦ, ਪਿਰਾਨਾ, ਜੇਠਾ, ਲੰਗਾਹ, ਪੈਰਾ, ਇਹ ਬੱਚਿਓ ਜਥੇਦਾਰ ਨੂੰ ਅਲੱਗ ਅਲੱਗ ਸੈਨਾ ਨੂੰ ਦੇ ਦਿੱਤੇ ਇਹਨਾਂ ਨੇ। ਦੇਖੋ ਬੱਚਿਓ, ਹੁਣ ਅਸੀਂ ਇਸ ਤੋਂ ਪਹਿਲਾਂ ਜਿਹੜੇ ਆਪਣੇ ਸਿੱਖ ਗੁਰੂ ਹੋਏ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਬਿਹੇਵੀਅਰ ਰਿਹਾ। ਹੁਣ ਬੱਚਿਓ ਜ਼ੁਲਮਾਂ ਦਾ ਟਾਕਰਾ ਲੈਣ ਵਾਸਤੇ ਅਸੀਂ ਵੀ, ਸਾਡੇ ਸਿੱਖ ਗੁਰੂਆਂ ਨੇ ਵੀ ਉਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਸ਼ੁਰੂ ਕਰਤਾ। ਬੱਚਿਓ ਗੁਰੂ ਸਾਹਿਬ ਨੇ ਐਲਾਨ ਕਰਤਾ ਘੋੜਿਆਂ ਤੇ ਸ਼ਾਸਤਰਾਂ ਦੀ ਭੇਟਾ ਲਈ। ਬੱਚਿਓ ਸੁਨੇਹਾ ਭੇਜਿਆ ਹਰ ਇੱਕ ਸਿੱਖ ਨੂੰ, ਮਸੰਦਾਂ ਨੂੰ ਸੁਨੇਹਾ ਭੇਜੇ ਵੀ ਉਹ ਧਨ ਦੀ ਜਗ੍ਹਾ ਤੇ ਘੋੜੇ ਦਾਨ ਕਰਨ। ਕਿਉਂਕਿ ਬੱਚਿਓ ਧਨ ਦੀ ਲੋੜ ਨਹੀਂ, ਹੁਣ ਜ਼ੁਲਮ ਨਾਲ ਲੜਨ ਵਾਸਤੇ ਸਾਨੂੰ ਘੋੜਿਆਂ ਦੀ ਲੋੜ ਹੈ, ਸਾਨੂੰ ਸ਼ਾਸਤਰਾਂ ਦੀ ਲੋੜ ਹੈ ਬੱਚਿਓ। ਤਾਂ ਬੱਚਿਓ ਇੱਕ ਹੋਰ ਤੁਹਾਡੇ ਦਿਮਾਗ ਦੇ ਵਿੱਚ ਉੱਠਿਆ ਹੋਣਾ ਵੀ ਨਵੀਂ ਨੀਤੀ ਅਪਣਾਉਣ ਦੇ ਕਾਰਨ ਕੀ ਸੀ। ਜੇ ਤੁਹਾਨੂੰ ਵੀ ਪੁੱਛ ਲਿਆ ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਅਪਣਾਉਣ ਦੇ ਕਾਰਨ ਦੱਸੋ। ਬਿਲਕੁਲ ਬੱਚਿਓ, ਪਹਿਲਾ ਪੁਆਇੰਟ ਤਾਂ ਤੁਹਾਡੇ ਦਿਮਾਗ 'ਚ ਹੀ ਨਾ, ਜਹਾਂਗੀਰ ਦੀ ਧਾਰਮਿਕ ਕੱਟੜਤਾ। ਬੱਚਿਓ ਜਹਾਂਗੀਰ ਤੁਹਾਨੂੰ ਪਤਾ ਹੀ ਹੈ ਅਕਬਰ ਤੋਂ ਬਾਅਦ ਜੋ ਰਾਜਾ ਬਣਿਆ ਉਹਦੀ ਧਾਰਮਿਕ ਕੱਟੜਤਾ ਸੀ, ਸੁੰਨੀ ਮੁਸਲਮਾਨ ਸੀ, ਅਕਬਰ ਤੋਂ ਬਾਅਦ ਬਣਿਆ। ਤਾਂ ਬੱਚਿਓ ਦੂਸਰੇ ਗੈਰ ਮੁਸਲਮਾਨ ਨੂੰ ਉਹ ਸਹਿਣ ਨਹੀਂ ਕਰ ਸਕਦਾ ਸੀ, ਉਹਨਾਂ ਨੂੰ ਵੀ ਉਹ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਉਹਦੀ ਕੱਟੜਤਾ ਇੰਨੀ ਸੀ ਬੱਚਿਓ। ਹਾਲਾਂਕਿ ਇਹਦਾ ਪਿਓ ਆਪਾਂ ਅਕਬਰ ਦੀ ਗੱਲ ਕਰੀਏ ਤਾਂ ਉਹ ਬਹੁਤ ਉਦਾਰਵਾਦੀ ਸੀ। ਬੱਚਿਓ ਦੂਸਰਾ ਪੁਆਇੰਟ ਤੁਹਾਡੇ ਦਿਮਾਗ ਵਿੱਚ ਆਪਣੇ ਆਪ ਆ ਗਿਆ ਹੋਣਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਬੱਚਿਓ 1606 ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਇਹ ਮਿੱਥ ਲਿਆ ਸੀ ਵੀ ਹੁਣ ਸਾਨੂੰ ਅਨਿਆਂ ਦੇ ਵਿਰੁੱਧ, ਕਿਉਂਕਿ ਉਹਨਾਂ ਦੀ ਸ਼ਹੀਦੀ ਤੋਂ ਇੰਨੇ ਤਸ਼ੱਦਦ ਕੀਤੇ ਗਏ, ਇਹਨਾਂ ਨੇ ਇੰਨੇ ਤਸੀਹੇ ਦਿੱਤੇ ਗੁਰੂ ਜੀ ਨੂੰ। ਤਾਂ ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਨਵੀਂ ਨੀਤੀ ਅਪਣਾਉਣ ਦਾ ਕਾਰਨ ਇਹ। ਤਾਂ ਤੀਸਰਾ ਬੱਚਿਓ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੰਤਮ ਸੁਨੇਹਾ। ਬੱਚਿਓ ਉਹਨਾਂ ਨੇ ਫਾਈਨਲੀ ਇਹ ਮੈਸੇਜ ਦਿੱਤਾ ਵੀ ਆਪਾਂ ਨੂੰ ਹੁਣ ਨਵੀਂ ਨੀਤੀ ਅਪਣਾਉਣੀ ਪਊ। ਬੱਚਿਓ ਇਹਨਾਂ ਜ਼ੁਲਮਾਂ ਨਾਲ ਲੜਨ ਵਾਸਤੇ ਆਪਾਂ ਨੂੰ ਅੱਗੇ ਖੜਨਾ ਪਊਗਾ। ਇਸ ਤੋਂ ਬਾਅਦ ਬੱਚਿਓ ਸੈਨਿਕਾਂ ਦਾ ਸੰਗਠਿਤ ਢਾਂਚਾ ਹੋ ਗਿਆ, ਇਹ ਵੀ ਕਾਰਨ ਬਣਦੇ ਆ, ਪਰ ਇਹ ਮਾਈਨਰ ਕਾਰਨ ਨੇ ਬੱਚਿਓ, ਪਰ ਇਹ ਤੁਹਾਡੇ ਦਿਮਾਗ ਦੇ ਵਿੱਚ ਯਾਦ ਹੋਣੇ ਚਾਹੀਦੇ ਨੇ ਵੀ ਨਵੀਂ ਨੀਤੀ ਅਪਣਾਉਣ ਦੇ ਕਾਰਨ। ਉਹਨਾਂ ਦੇ ਵਿੱਚ ਮੇਜਰ ਕਾਰਨ ਹੈ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਬੱਚਿਓ 1606 ਦੇ ਵਿੱਚ ਹੋਏ ਸੀ ਇਹਨਾਂ ਦੀ ਸ਼ਹੀਦੀ। ਤਾਂ ਬੱਚਿਓ ਇਸ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇ ਜਿਹੜਾ ਇੱਕ ਹੋਰ ਇੰਪੋਰਟੈਂਟ ਕੰਮ ਹੈ ਬੱਚਿਓ, ਉਹ ਹੈਗਾ ਅਕਾਲ ਤਖ਼ਤ ਦੀ ਉਸਾਰੀ। ਬੱਚਿਓ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ ਹੈ ਪੁਆਇੰਟ ਵੀ ਅਕਾਲ ਤਖ਼ਤ ਦੀ ਉਸਾਰੀ ਕਿਸ ਗੁਰੂ ਨੇ ਕੀਤੀ। ਤਾਂ ਬੱਚਿਓ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ 12 ਫੁੱਟ ਦਾ ਉੱਚਾ ਥੜਾ ਬਣਾਤਾ, ਜਿਸ ਦੇ ਉੱਪਰ ਵਾਰਾਂ ਗਾਈਆਂ ਜਾਂਦੀਆਂ ਸੀ, ਸ਼ਿਕਾਇਤਾਂ ਸੁਣੀ ਜਾਂਦੀਆਂ ਸੀ, ਅਖਾੜੇ ਤੇ ਇਨਾਮ ਦਿੱਤੇ ਜਾਂਦੇ ਸੀ। ਬੱਚਿਓ ਅਕਾਲ ਤਖ਼ਤ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ। ਤਾਂ ਬੱਚਿਓ ਇਹ ਪੁਆਇੰਟ ਭੁੱਲਣਾ ਨਹੀਂ, ਤਾਂ ਇਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਬੱਚਿਓ। ਤਾਂ ਬੱਚਿਓ ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਰਵਾਤੀ ਬੱਚਿਓ। ਇਸ ਸ਼ਹਿਰ ਦਾ ਨਾਮ ਲੋਹਗੜ੍ਹ ਵੀ ਰੱਖਤਾ ਬੱਚਿਓ। ਕਿਲ੍ਹੇ ਦਾ ਨਿਰਮਾਣ ਕਰਾਤਾ, ਕਿਲ੍ਹੇ ਦਾ ਨਿਰਮਾਣ ਅੰਮ੍ਰਿਤਸਰ ਦੀ ਕਿਲ੍ਹੇਬੰਦੀ ਲੋਹਗੜ੍ਹ ਰੱਖਣਾ, ਤਾਂ ਇਹ ਕੰਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ। ਇਸ ਤੋਂ ਬੱਚਿਓ ਹੁਕਮਨਾਮੇ ਜਾਰੀ ਕਰਤੇ। ਸਭ ਤੋਂ ਵੱਡਾ ਪੁਆਇੰਟ ਬੱਚਿਓ ਇੱਥੇ ਕੀਰਤਪੁਰ ਸਾਹਿਬ ਦੀ ਉਸਾਰੀ। ਕੀਰਤਪੁਰ ਸਾਹਿਬ ਦੀ ਉਸਾਰੀ ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਈ। ਹੁਣ ਦੁਬਾਰੇ ਕੰਮ ਥੋੜ੍ਹੇ ਰਿਪੀਟ ਕਰਦਾ ਬੱਚਿਓ ਮੈਂ, ਤੁਹਾਡੇ ਦਿਮਾਗ ਦੇ ਵਿੱਚ ਫਿੱਟ ਬੈਠਣ ਤਾਂ ਕਿ ਪਹਿਲਾ ਕੰਮ ਹੈ ਬੱਚਿਓ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਨੀਆਂ। ਮੀਰੀ ਸੰਸਾਰਕ ਕੰਮਾਂ ਵਾਲੇ ਅਤੇ ਪੀਰੀ ਧਾਰਮਿਕ ਵਾਸਤੇ। ਰਾਜਸੀ ਚਿੰਨ੍ਹ ਅਪਣਾਉਣੇ ਬੱਚਿਓ, ਕਲਗੀ ਧਾਰਨ ਕਰਨਗੀ ਤੇ 52 ਅੰਗ ਰੱਖ ਲਏ ਬੱਚਿਓ। ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ਇਹਨਾਂ ਨੇ। ਤੇ ਹੋਰ ਬੱਚਿਓ ਜਿਹੜਾ ਪੁਆਇੰਟ ਹੈ ਬੰਦੀ ਛੋੜ ਵੀ ਕਹਿਲਾਏ ਬੱਚਿਓ ਇਹ ਸ਼੍ਰੀ ਗੁਰੂ ਹਰਗੋਬਿੰਦ। ਤਾਂ ਬੱਚਿਓ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਤੋਂ ਬਾਅਦ ਘੋੜਿਆਂ ਤੇ ਸ਼ਾਸਤਰਾਂ ਦੀ ਭੇਂਟਾ ਕਰਨ ਵਾਲੇ ਸੁਨੇਹਾ ਦਿੱਤਾ ਬੱਚਿਓ ਮਸੰਦਾਂ ਨੂੰ। ਸਿੱਖ ਸੈਨਾ ਦਾ ਸੰਗਠਨ ਕਰ ਲਿਆ, ਬਿਨਾਂ ਭੇਦਭਾਵ ਤੋਂ ਪਠਾਨਾਂ ਨੂੰ ਭਰਤੀ ਕਰਨਾ ਸ਼ੁਰੂ ਕਰਤਾ ਬੱਚਿਓ। ਤੇ ਇਸ ਤੋਂ ਬਾਅਦ ਅਕਾਲ ਤਖ਼ਤ ਦੀ ਉਸਾਰੀ ਕਰਵਾਈ ਬੱਚਿਓ, ਕੀਰਤਪੁਰ ਸਾਹਿਬ ਦੀ ਉਸਾਰੀ ਕਰਾਈ ਬੱਚਿਓ, ਹੁਕਮਨਾਮੇ ਜਾਰੀ ਕੀਤੇ ਬੱਚਿਓ, ਲੋਹਗੜ੍ਹ ਦੀ ਉਸਾਰੀ ਬੱਚਿਓ। ਤੇ ਇਸ ਤੋਂ ਬਾਅਦ ਬੱਚਿਓ ਇਹ ਸਿੱਖਾਂ ਵਿੱਚ ਉਤਸ਼ਾਹ ਭਰਨ ਲਈ ਬੱਚਿਓ ਸਪੈਸ਼ਲ ਅਬਦੁਲ ਤੇ ਨੱਥਾ ਮੱਲ 2 ਢਾਡੀ ਸੀ ਬੱਚਿਓ, ਜੋ ਵੀਰ ਰਸ ਵਿੱਚ ਵਾਰਾਂ ਗਾਉਂਦੇ ਸਨ।
ਬੱਚਿਓ ਤੁਹਾਨੂੰ ਮੈਂ ਇੱਥੇ ਪੁਆਇੰਟ ਦੱਸਣਾ, ਜਿਹੜੀਆਂ ਵਾਰਾਂ ਗਾਈ ਜਾਂਦੀਆਂ ਸੀ, ਵਾਰਾਂ ਦਾ ਮਤਲਬ ਇਹੀ ਸੀ ਬੱਚਿਓ ਵੀ ਜਿਹੜੇ ਸੈਨਿਕ ਸੀ, ਜਿਹੜੇ ਸਿਪਾਹੀ ਸੀ, ਜਾਂ ਸਿੱਖਾਂ ਦੇ ਵਿੱਚ ਜਾਂ ਉਤਸ਼ਾਹ ਭਰਨ ਲਈ ਉਹਨਾਂ ਬੰਦਿਆਂ ਦੇ ਵਿੱਚ ਜੋ ਕਿ ਜ਼ੁਲਮ ਦੇ ਵਿਰੁੱਧ ਲੜ ਸਕਣ, ਉਹਨਾਂ 'ਚ ਉਤਸ਼ਾਹ ਭਰਨ ਲਈ ਬੱਚਿਓ ਵਾਰਾਂ ਗਾਈਆਂ ਜਾਂਦੀਆਂ ਨੇ। ਤਾਂ ਸ਼੍ਰੀ ਹਰਗੋਬਿੰਦ ਸਿੰਘ ਜੀ ਨੇ ਇਹ ਵੀ ਦੋ ਜਿਹੜੇ ਢਾਡੀ ਸੀ, ਅਬਦੁਲ ਤੇ ਨੱਥਾ ਮੱਲ ਰੱਖੇ ਸੀ ਬੱਚਿਓ, ਯਾਦ ਰੱਖਣਾ ਬੱਚਿਓ। ਅਕਾਲ ਤਖਤ ਦੀ ਉਸਾਰੀ ਤੇ ਕੀਰਤਪੁਰ ਸਾਹਿਬ ਦਾ ਨਿਰਮਾਣ ਵੀ ਕਰਵਾਇਆ ਇਹਨਾਂ ਨੇ। ਤਾਂ ਬੱਚਿਓ ਮੈਂ ਵੀ ਤੁਹਾਡੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੂਰਾ ਜਿਹੜਾ ਯੋਗਦਾਨ ਹੈ ਉਹ ਤੁਹਾਡੇ ਯਾਦ ਹੋ ਗਿਆ ਹੋਣਾ। ਤਾਂ ਇਸ ਤੋਂ ਬਾਅਦ ਬੱਚਿਓ ਆਪਾਂ ਅਗਲੇ ਗੁਰੂ ਆਪਣੇ 7ਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ। ਕੌਣ ਬੱਚਿਓ? ਸ਼੍ਰੀ ਗੁਰੂ ਹਰਿਰਾਏ ਜੀ। ਤਾਂ ਬੱਚਿਓ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ, ਤਾਂ ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਾਂ ਕਹਿ ਲਈਏ ਇਹਨਾਂ ਦੀ ਜਿਹੜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀ, ਉਹਨਾਂ ਨੇ ਆਪਣੇ ਛੋਟੇ ਪੁੱਤਰ ਜਿਹੜਾ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜਿਹੜੇ ਪੁੱਤਰ ਨੂੰ ਗੁਰਗੱਦੀ ਦਿੱਤੀ ਬੱਚਿਓ, ਉਹਨਾਂ ਦਾ ਨਾਮ ਸੀ ਕੌਣ? ਹਰੀ ਰਾਏ ਬੱਚਿਓ। ਕੀ ਰਾਏ ਸੀ ਬੱਚਿਓ? ਹਰੀ ਰਾਏ। ਕੀ ਬੱਚਿਓ ਮੈਂ ਸਹੀ ਬੋਲ ਰਿਹਾ? ਜਿਸ ਨੂੰ ਪੁੱਛ ਲਿਆ ਸ਼੍ਰੀ ਗੁਰੂ ਹਰਿਰਾਏ ਜੀ ਦਾ ਪਿਤਾ ਦੱਸੋ, ਨਹੀਂ ਬੱਚਿਓ, ਇਹ ਇੱਥੇ ਹੀ ਕਨਫਿਊਜ਼ਨ ਹੈ। ਪਿਛਲੇ ਵਾਰ ਵੀ ਪੇਪਰ ਦੇ ਵਿੱਚ ਆਇਆ ਕੁਐਸਚਨ ਹੈ ਬੱਚਿਓ। ਹਰੀ ਰਾਏ ਜੀ ਦਾ ਯੋਗਦਾਨ ਸ਼੍ਰੀ ਗੁਰੂ ਹਰਿਰਾਏ ਜੀ ਦਾ ਪਿਤਾ ਦਾ ਨਾਂ ਸ਼੍ਰੀ ਗੁਰੂ ਹਰਗੋਬਿੰਦ ਨਹੀਂ, ਉਹਨਾਂ ਦੇ ਪਿਤਾ ਦਾ ਬਾਬਾ ਗੁਰਦਿੱਤਾ ਹੈ। ਯਾਦ ਰੱਖਣਾ ਬੱਚਿਓ, ਸ਼੍ਰੀ ਗੁਰੂ ਹਰਿਰਾਏ ਜੀ ਦਾ ਜਿਹੜਾ ਪਿਤਾ ਦਾ ਨਾਮ ਹੈ ਉਹ ਕੀ ਹੈ? ਬਾਬਾ ਗੁਰਦਿੱਤਾ। ਤਾਂ ਬੱਚਿਓ ਇੱਥੇ ਬਹੁਤ ਕਨਫਿਊਜ਼ਨ ਹੋ ਜਾਂਦੇ ਨੇ ਵੀ ਸ਼੍ਰੀ ਗੁਰੂ ਹਰਿਰਾਏ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਨ। ਨਹੀਂ ਬੱਚਿਓ, ਸ਼੍ਰੀ ਬਾਬਾ ਗੁਰਦਿੱਤਾ ਦੇ ਪੁੱਤਰ ਸਨ। ਹੁਣ ਬੱਚਿਓ ਇਹਨਾਂ ਦਾ ਹੁਣ ਬਾਬਾ ਗੁਰਦਿੱਤਾ ਜੀ ਕੌਣ ਸਨ? ਆਪਾਂ ਨੇ ਬੱਚਿਓ ਹੁਣੀ ਕਰਕੇ ਆਏ ਪਿੱਛੇ, ਜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੁਹਾਨੂੰ ਪੁੱਤਰ ਪੁੱਛੇ ਜਾਣ, ਉਹਨਾਂ ਦੇ ਵਿੱਚੋਂ ਇੱਕ ਪੁੱਤਰ ਸੀ ਬੱਚਿਓ ਬਾਬਾ ਗੁਰਦਿੱਤਾ ਜੀ। ਅਨੀ ਰਾਏ, ਸੂਰਜਮਲ, ਅਟਲ ਰਾਏ, ਤੇਗ ਬਹਾਦਰ ਬੱਚਿਓ, ਉਹਨਾਂ ਦੇ ਵਿੱਚ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਪੁੱਤਰ ਸਨ। ਤਾਂ ਬੱਚਿਓ ਬਾਬਾ ਗੁਰਦਿੱਤਾ ਦੇ ਇਹ ਪੁੱਤਰ ਸਨ ਹਰੀ ਰਾਏ ਜੀ। ਤਾਂ ਬੱਚਿਓ ਇਹਨਾਂ ਦੇ ਪਿਤਾ ਦਾ ਨਾਮ ਤੁਹਾਨੂੰ ਪਤਾ ਹੀ ਹੋਣਾ, ਪਤਾ ਲੱਗ ਗਿਆ ਹੋਣਾ। ਸ਼੍ਰੀ ਗੁਰੂ ਹਰਿਰਾਏ ਜੀ ਦਾ ਪਿਤਾ ਦਾ ਨਾਮ ਬਾਬਾ ਗੁਰਦਿੱਤਾ ਜੀ ਬੱਚਿਓ। ਮਾਤਾ ਅਨੰਤੀ ਜੀ ਤੇ ਪਤਨੀ ਬੱਚਿਓ ਸੁਲੱਖਣੀ, ਬੀਬੀ ਸੁਲੱਖਣੀ ਜੀ। ਤਾਂ ਬੱਚਿਓ ਜਨਮ ਇਹਨਾਂ ਦਾ 16 ਜਨਵਰੀ 1630 ਨੂੰ ਕੀਰਤਪੁਰ ਦੇ ਵਿੱਚ ਹੋਇਆ ਬੱਚਿਓ। ਹੁਣ ਕੀਰਤਪੁਰ ਸਾਹਿਬ ਕਿਸ ਨੇ ਵਸਾਇਆ? ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ ਬੱਚਿਓ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਪਰ ਇੱਥੇ ਸ਼੍ਰੀ ਗੁਰੂ ਹਰਿਰਾਏ ਜੀ ਦਾ ਯੋਗਦਾਨ ਪੜ੍ਹ ਰਹੇ ਆਪਾਂ। ਤਾਂ ਉਹਨਾਂ ਦਾ ਜਨਮ ਕਿੱਥੇ ਹੋਇਆ? ਕੀਰਤਪੁਰ ਵਿੱਚ 1630 ਦੇ ਵਿੱਚ ਬੱਚਿਓ। ਤਾਂ ਇਸ ਤੋਂ ਬਾਅਦ ਬੱਚਿਓ ਗ੍ਰੈਂਡਸਨ ਆਫ ਸ਼੍ਰੀ ਗੁਰੂ ਹਰਗੋਬਿੰਦ ਹੋ ਗਏ ਇਹ। ਬਿਲਕੁਲ ਬੱਚਿਓ, ਕਿਉਂਕਿ ਗ੍ਰੈਂਡਸਨ ਅੱਗੇ ਪੋਤੇ ਹੋ ਗਏ, ਕਿਉਂਕਿ ਬਾਬਾ ਗੁਰਦਿੱਤਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਨ। ਤਾਂ ਇਸ ਤੋਂ ਬਾਅਦ ਬੱਚਿਓ ਇਹਨਾਂ ਦੇ ਦੋ ਪੁੱਤਰ ਸਨ, ਧੀਰਮਲ ਤੇ ਹਰਿਰਾਏ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ ਬੱਚਿਓ, ਧੀਰਮਲ ਤੇ ਹਰਿਰਾਏ। ਤਾਂ ਬੱਚਿਓ ਧੀਰਮਲ ਨੂੰ ਇਹਨਾਂ ਨੇ ਗੱਦੀ ਨਹੀਂ ਦਿੱਤੀ, ਬਾਬਾ ਗੁਰਦਿੱਤਾ ਜੀ ਨੇ ਹਰਿਰਾਏ ਜੀ ਨੂੰ ਗੱਦੀ ਦਿੱਤੀ। ਤਾਂ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਬੱਚਿਓ ਪੁਆਇੰਟ ਹੈ ਉਹ ਬਖਸ਼ੀਸ਼। ਬੱਚਿਓ ਤੁਹਾਨੂੰ ਮਸੰਦ ਪਤਾ ਲੱਗ ਹੋਣਾ, ਬਖਸ਼ੀਸ਼ ਜੇ ਤੁਹਾਨੂੰ ਧਰਮ ਪੁੱਛੇ ਬਖਸ਼ੀਸ਼ ਸਿੱਖ ਧਰਮ ਦੇ ਵਿੱਚ ਕੀ ਸੀ, ਤਾਂ ਬੱਚਿਓ ਬਖਸ਼ੀਸ਼ ਪ੍ਰਚਾਰ ਕਰਨ ਵਾਲੇ, ਪ੍ਰੀਚਿੰਗ ਕਰਨ ਵਾਲੇ ਨੂੰ ਕਿਹਾ ਜਾਂਦਾ ਸੀ ਬਖਸ਼ੀਸ਼। ਇਹ ਸ਼੍ਰੀ ਗੁਰੂ ਹਰਿਰਾਏ ਜੀ ਦੇ ਦੌਰਾਨ ਹੋਏ ਬੱਚਿਓ। ਤਾਂ ਬੱਚਿਓ 2200 ਦੀ ਆਰਮੀ ਰੱਖੀ, ਮੇਨਟੇਨ ਕੀਤੀ ਇਹਨਾਂ ਨੇ। ਸ਼੍ਰੀ ਗੁਰੂ ਹਰਿਰਾਏ ਜੀ ਨੇ ਆਪਣੇ ਦਾਦੇ ਵਾਂਗੂ, ਦਾਦਾ ਕਹਿ ਲਈਏ ਬੱਚਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗੂ, ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁੱਤਰ ਕੌਣ ਸਨ? ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਕੌਣ ਸਨ? ਹਰਿਰਾਏ ਜੀ। ਤਾਂ ਬੱਚਿਓ ਇੱਥੇ ਗ੍ਰੈਂਡ ਸਨ ਆਫ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ। ਇਸ ਤੋਂ ਬਾਅਦ ਬੱਚਿਓ ਇਹਨਾਂ ਨੇ ਵੀ ਮਾਲਵਾ ਦੇ ਖੇਤਰਾਂ ਦੇ ਵਿੱਚ ਲੋਕਾਂ ਨੂੰ ਸਿੱਖਿਆਵਾਂ ਦਿੱਤੀਆਂ, ਲੋਕਾਂ ਨੂੰ ਸਿੱਧੇ ਰਾਹ ਪਾਇਆ, ਅਤੇ ਬੱਚੇ ਲੋਕਾਂ ਨੂੰ ਜ਼ੁਲਮ ਦੇ ਵਿਰੁੱਧ ਲੜਨ ਵਾਸਤੇ ਕਿਹਾ ਗਿਆ। ਅਤੇ ਸਭ ਤੋਂ ਵੱਡਾ ਪੁਆਇੰਟ ਬੱਚਿਓ ਸ਼੍ਰੀ ਗੁਰੂ
ਹਰ ਰਾਏ ਜੀ ਦਾ ਇਹ ਹੈ ਵੀ ਇਹਨਾਂ ਨੇ ਬਾਬਾ ਫੂਲ ਕਹਿ ਲਈਏ ਬੱਚਿਓ, ਫੂਲ ਨੂੰ ਬਾਬਾ ਫੂਲ ਤੇ ਇਹਨੂੰ ਵਰ ਦਿੱਤਾ ਬੱਚਿਓ। ਹੁਣ ਫੂਲ ਬੱਚਿਓ ਤੁਸੀਂ ਰਾਮਪਰਾ ਫੂਲ ਲੈ ਲਓ, ਜਾਂ ਕਹਿ ਲਈਏ ਬੱਚਿਓ ਬਠਿੰਡੇ ਦੇ ਕੋਲੇ ਇੱਕ ਫੂਲ ਇੱਕ ਨਗਰ ਸੀ ਉਸ ਵੇਲੇ, ਫੂਲ ਨੂੰ ਇੱਕ ਵਰ ਦਿੱਤਾ। ਉਸ ਨੂੰ ਕਿਹਾ ਗਿਆ ਕਿਉਂਕਿ ਬੱਚਿਓ ਗੂੰਗਾ ਸੀ, ਉਹ ਗੁਰੂ ਜੀ ਦੇ ਸਾਹਮਣੇ ਪੇਟ 'ਤੇ ਹੱਥ ਮਾਰ ਲੱਗਿਆ, ਤਾਂ ਉਸਦੇ ਨਾਲ ਭਰਾ ਨੇ ਦੱਸਿਆ ਵੀ ਇਹ ਕਹਿ ਰਿਹਾ ਮੈਂ ਭੁੱਖਾ ਗਾ। ਤਾਂ ਬੱਚਿਓ ਗੁਰੂ ਜੀ ਨੇ ਉਹਨਾਂ ਨੂੰ ਵਰ ਦਿੱਤਾ ਕਿ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਰਾਜੇ ਮਹਾਰਾਜੇ ਬਣਨਗੀਆਂ। ਬੱਚਿਓ ਗੱਲ ਸੱਚੀ ਨਿਕਲੀ। ਅੱਗੇ ਜਾ ਕੇ ਉਹ ਮਹਾਰਾਜਾ ਪਟਿਆਲਾ ਨਾਭਾ ਜੀਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਤਾਂ ਬਾਬਾ ਫੂਲ ਜੀ ਨੂੰ ਬਾਬਾ ਫੂਲ ਜੀ ਨੂੰ ਵਰ, ਜਾਂ ਫੂਲ ਜੀ ਨੂੰ ਵਰ ਕਹਿ ਲਈਏ ਆਪਾਂ, ਕਿਸ ਨੇ ਦਿੱਤਾ ਗਿਆ ਸੀ, ਤਾਂ ਉਹ ਹਰ ਰਾਏ ਜੀ ਵੱਲੋਂ ਹੀ ਦਿੱਤਾ ਗਿਆ ਸੀ। ਤਾਂ ਉਹਨਾਂ ਨੇ ਇਹ ਵਰ ਦਿੱਤਾ ਵੀ ਇਹ ਵੱਡਾ ਹੋ ਕੇ ਮਹਾਨ ਵਿਅਕਤੀ ਬਣੇਗਾ, ਮਹਾਨ ਧੰਨਵਾਨ ਵਿਦਵਾਨ ਬਣਨਗੇ, ਇਹਨਾਂ ਦੀਆਂ ਜਿਹੜੀਆਂ ਪੀੜ੍ਹੀਆਂ ਹੋਣਗੀਆਂ। ਤਾਂ ਇਹ ਗੱਲ ਸਹੀ ਰਹੀ ਬੱਚਿਓ। ਇਸ ਤੋਂ ਬਾਅਦ ਬੱਚਿਓ ਦਾਰਾ ਸ਼ਕੋਹ ਦੀ ਨੂੰ ਬੱਚਿਓ ਸਹਾਇਤਾ ਦਿੱਤੀ। ਤਾਂ ਬੱਚਿਓ ਨੈਚੁਰਲੀ ਹੈ ਦਾਰਾ ਸ਼ਕੋਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ। ਦਾਰਾ ਸ਼ਕੋਹ ਬੱਚਿਓ ਸ਼ਾਹਜਹਾਨ ਦਾ ਮੁੰਡਾ, ਇਹ ਕਹਿ ਲਈਏ ਔਰੰਗਜ਼ੇਬ ਦਾ ਭਰਾ ਸੀ। ਦਾਰਾ ਸ਼ਕੋਹ ਔਰੰਗਜ਼ੇਬ ਦਾ ਭਰਾ ਸੀ ਬੱਚਿਓ, ਸ਼ਾਹਜਹਾਨ ਦਾ ਮੁੰਡਾ ਸੀ। ਅਤੇ ਬੱਚਿਓ ਦਾਰਾ ਸ਼ਕੋਹ ਵੀ ਬਹੁਤ ਉਦਾਰਵਾਦੀ ਬੰਦਾ ਸੀ। ਇਹਨੇ ਵੀ ਬਹੁਤ ਜਿਹੜੇ ਆਪਾਂ ਕਹਿ ਲਈਏ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਨੇ ਅਨੁਵਾਦ ਕੀਤਾ ਦਾਰਾ ਸ਼ਕੋਹ ਨੇ। ਅਤੇ ਦਾਰਾ ਸ਼ਕੋਹ ਅਜਿਹਾ ਬੰਦਾ ਸੀ ਵੀ ਧਾਰਮਿਕ ਬਿਰਤੀਆਂ ਰੱਖਦਾ ਸੀ, ਕੁਛ ਨਾ ਕੁਛ ਸਿੱਖਣ ਦੇ। ਪਰ ਦਾਰਾ ਸ਼ਕੋਹ ਬੱਚਿਓ ਭਾਵੇਂ ਅੱਗੇ ਜਾ ਕੇ ਔਰੰਗਜ਼ੇਬ ਤੋਂ ਹਾਰ ਜਾਂਦਾ ਹੈ, ਪਰ ਆਪਣਾ ਪੁਆਇੰਟ ਇੱਥੇ ਸਿੱਖ ਇਤਿਹਾਸ ਨਾਲ ਹੀ ਹੈ ਵੀ ਦਾਰਾ ਸ਼ਕੋਹ ਦੀ ਇਹਨਾਂ ਨੇ ਸਹਾਇਤਾ ਕੀਤੀ। ਇਹਨਾਂ ਨੇ ਸ਼੍ਰੀ ਗੁਰੂ ਹਰਿਰਾਏ ਜੀ ਪੁੱਛ ਲੈਣਗੇ ਵੀ ਦਾਰਾ ਸ਼ਕੋਹ ਦੀ ਸਹਾਇਤਾ ਕਿਹਨੇ ਕੀਤੀ, ਤਾਂ ਇੱਥੇ ਤੁਹਾਡੇ ਦਿਮਾਗ ਦੇ ਵਿੱਚ ਇਹ ਹੋਣਾ ਚਾਹੀਦਾ ਬੱਚਿਓ, ਦਾਰਾ ਸ਼ਕੋਹ ਦੀ ਸਹਾਇਤਾ ਸ਼੍ਰੀ ਗੁਰੂ ਹਰਿਰਾਏ ਜੀ ਨੇ ਕੀਤੀ। ਤਾਂ ਬੱਚਿਓ ਜਦੋਂ ਹੀ ਇਹ ਗੱਲ ਪਤਾ ਲੱਗਦੀ ਹੈ ਔਰੰਗਜ਼ੇਬ ਨੂੰ ਕਿ ਗੁਰੂ ਹਰਿਰਾਏ ਜੀ ਨੇ ਦਾਰਾ ਸ਼ਕੋਹ ਦੀ ਸਹਾਇਤਾ ਕੀਤੀ, ਤਾਂ ਉਹ ਔਰੰਗਜ਼ੇਬ ਇਹਨਾਂ ਨੂੰ ਦਿੱਲੀ ਬੁਲਾ ਲੈਂਦੇ ਨੇ। ਤਾਂ ਬੱਚਿਓ ਦਾਰਾ ਸ਼ਕੋਹ ਦੀ ਸਹਾਇਤਾ ਦੇ ਇਲਜ਼ਾਮ ਦੇ ਵਿੱਚ ਜਦੋਂ ਉਹਨੂੰ ਪੁੱਛਣਾ ਚਾਹੁੰਦੇ ਨੇ, ਤਾਂ ਬੱਚਿਓ ਔਰੰਗਜ਼ੇਬ ਨੂੰ ਮਿਲਣ ਵਾਸਤੇ ਤਾਂ ਇਹਨਾਂ ਦੇ ਪੁੱਤਰ ਜਾਂਦੇ ਨੇ, ਉਹ ਹੈ ਰਾਮ ਰਾਏ। ਤਾਂ ਬੱਚਿਓ ਰਾਮ ਰਾਏ ਨੂੰ ਜਦੋਂ ਇਹਨਾਂ ਨੇ ਭੇਜਤਾ, ਪਾਬੰਦੀ ਵੱਡੇ ਪੁੱਤਰ ਹੁੰਦੇ ਨੇ ਰਾਮ ਰਾਏ ਜੀ, ਤਾਂ ਰਾਮ ਰਾਏ ਬੱਚਿਓ ਔਰੰਗਜ਼ੇਬ ਰਾਮ ਰਾਏ ਤੋਂ ਪੁੱਛਦਾ ਵੀ ਜਿਹੜਾ ਤੁਸੀਂ ਆਸਾ ਦੀ ਵਾਰ ਦੇ ਵਿੱਚ ਉਹ ਲਿਖਿਆ ਗਿਆ ਵੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪਕਿਆਰ। ਤਾਂ ਮੁਸਲਮਾਨ ਬਾਰੇ ਸਪਸ਼ਟੀਕਰਨ ਮੰਗਿਆ ਔਰੰਗਜ਼ੇਬ ਨੇ ਬੱਚਿਓ। ਤਾਂ ਇਹ ਸਪਸ਼ਟੀਕਰਨ ਦੇ ਵਿੱਚ ਰਾਮ ਰਾਏ ਜੀ ਨੇ ਚਲਾਕੀ ਵਰਤ ਕੇ, ਚਤੁਰਾਈ ਵਰਤ ਕੇ ਇਹ ਕਹਿ ਦਿੱਤਾ ਵੀ ਇਹ ਮੁਸਲਮਾਨ ਇੱਥੇ ਸ਼ਬਦ ਗਲਤ ਲਿਖਿਆ। ਤਾਂ ਬੱਚਿਓ ਇਸ ਘਟਨਾ ਤੋਂ ਬੱਚਿਓ ਇਹ ਲਾ ਲਓ ਵੀ ਗੁਰੂ ਜੀ ਬਹੁਤ ਪਰੇਸ਼ਾਨ ਹੋਏ, ਗੁਰੂ ਜੀ ਨਿਰਾਸ਼ ਹੋ ਗਏ ਵੀ ਇੱਕ ਰਾਜੇ ਦੀ ਆਪਾਂ ਕਹਿ ਲਈਏ ਇੱਕ ਡਰ ਦੇ ਮਾਰੇ ਇਹਨਾਂ ਨੇ ਬਾਣੀ ਨੂੰ ਗਲਤ ਸਿੱਧ ਕਰਤਾ। ਤਾਂ ਬੱਚਿਓ ਇਸੇ ਕਰਕੇ ਸ਼੍ਰੀ ਗੁਰੂ ਹਰਿਰਾਏ ਜੀ ਨੇ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਗੱਦੀ ਦਿੱਤੀ ਸੀ ਬੱਚਿਓ। ਤਾਂ ਬੱਚਿਓ ਮੇਰੇ ਹਿਸਾਬ ਨਾਲ ਤੁਹਾਡੇ ਸ਼੍ਰੀ ਗੁਰੂ ਹਰਿਰਾਏ ਜੀ ਦਾ ਯੋਗਦਾਨ ਤਾਂ ਇਮੈਜੀਨੇਸ਼ਨ ਹੋ ਗਈ ਹੋਣੀ, ਫਿਰ ਵੀ ਦੁਬਾਰਾ ਰਿਪੀਟ ਕਰਦੇ ਬੱਚਿਓ। ਸਭ ਤੋਂ ਪਹਿਲਾਂ 7ਵੇਂ ਗੁਰੂ ਸੀ, 1645 ਤੋਂ 1661 ਤੱਕ ਰਹੇ। ਤਾਂ ਬੱਚਿਓ ਪਿਤਾ ਨਾਮ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਅਨੰਤੀ, ਕੀਰਤਪੁਰ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਬੱਚਿਓ। ਅਤੇ ਗ੍ਰੈਂਡਸਨ ਆਫ ਗੁਰੂ ਹਰਗੋਬਿੰਦ ਜੀ ਸੀ ਬੱਚਿਓ। ਪੁੱਤਰ ਰਾਮ ਰਾਏ ਅਤੇ ਹਰਕ੍ਰਿਸ਼ਨ ਸੀ ਇਹਨਾਂ ਦੇ। ਅਤੇ ਇਹ ਬੱਚਿਓ ਬਖਸ਼ੀਸ਼ ਇੱਕ ਤਾਂ ਇਹਨਾਂ ਦੀ ਧਰਮ ਆਈ ਪ੍ਰਚਾਰ ਕਰਨ ਵਾਲੇ ਨਿਯੁਕਤ ਕੀਤੇ ਗਏ ਸੀ ਬੱਚਿਓ। ਇੱਕ ਬਾਬਾ ਫੂਲ ਜੀ ਨੂੰ ਇਹਨਾਂ ਨੇ ਵਰ ਦਿੱਤਾ ਸੀ ਮਾਲਵੇ ਦੇ ਪਿੰਡ ਕੋਲੇ। ਤਾਂ ਇਸ ਤੋਂ ਬਾਅਦ ਬੱਚਿਓ ਦਾਰਾ ਸ਼ਕੋਹ ਦੀ ਸਹਾਇਤਾ ਕੀਤੀ ਸੀ। ਔਰੰਗਜ਼ੇਬ ਨੇ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਸੀ, ਪਰ ਹਰਿਰਾਏ ਜੀ ਨੇ ਆਪਣੇ ਪੁੱਤਰ ਰਾਮ ਰਾਏ ਜੀ ਨੂੰ ਭੇਜਿਆ ਸੀ। ਰਾਮ ਰਾਏ ਨੇ ਗਲਤ ਸਪਸ਼ਟੀਕਰਨ ਦਿੱਤਾ, ਜਿਸ ਕਰਕੇ ਗੁਰੂ ਜੀ ਨਿਰਾਸ਼ ਹੋ ਕੇ ਤਾਂ ਗੁਰੂ ਹਰਿਰਾਏ ਜੀ ਨੇ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਗੱਦੀ ਦੇ ਦਿੱਤੀ ਬੱਚਿਓ। ਤਾਂ ਬੱਚਿਓ ਆਪਣੇ ਅਗਲੇ ਗੁਰੂ ਨੇ 8ਵੇਂ ਗੁਰੂ ਸ਼੍ਰੀ
ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਤਾਂ ਬੱਚਿਓ ਇਹਨਾਂ ਦਾ ਕਾਲ ਹੈਗਾ 1661 ਤੋਂ ਲੈ ਕੇ 1664। ਬੱਚਿਓ ਸਿਰਫ 4 ਸਾਲ ਇਹਨਾਂ ਦਾ ਕਾਲ ਹੈ, ਯਾਦ ਰੱਖਣਾ ਬੱਚਿਓ, 1661 ਤੋਂ ਲੈ ਕੇ 64 ਤੱਕ। ਤਾਂ ਬੱਚਿਓ ਇਹਨਾਂ ਦਾ ਜਨਮ ਵੀ 1656 ਦੇ ਵਿੱਚ ਕੀਰਤਪੁਰ ਵਿਖੇ ਹੋਇਆ। 5 ਸਾਲ 3 ਕੁ ਮਹੀਨੇ ਉਮਰ ਸੀ ਬੱਚਿਓ ਇਹਨਾਂ ਦੀ। ਇਹਨਾਂ ਨੂੰ ਬਾਲ ਪੀਰ ਜਾਂ ਬਾਲ ਗੁਰੂ ਕਿਹਾ ਜਾਂਦਾ ਹੈ। ਯਾਦ ਰੱਖੋ ਬੱਚਿਓ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਜਾਂ ਬਾਲ ਪੀਰ ਵੀ ਕਿਹਾ ਜਾਂਦਾ ਬੱਚਿਓ। ਬੱਚਿਓ 30 ਮਾਰਚ 1664 ਤੱਕ ਇਹ ਗੁਰਗੱਦੀ ਤੇ ਰਹੇ। ਬੱਚਿਓ ਸਭ ਤੋਂ ਪਹਿਲਾਂ ਜਦੋਂ ਇਹ ਗੱਦੀ ਤੇ ਬੈਠੇ ਤਾਂ ਸਭ ਤੋਂ ਪਹਿਲਾਂ ਕੀ ਭਾਣਾ ਵਰਤਿਆ। ਜਦੋਂ ਇਹ ਗੁਰੂ ਗੱਦੀ ਤੇ ਬੈਠੇ ਬੱਚਿਓ, ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਰਾਮ ਰਾਏ, ਉਹਨੇ ਵਿਰੋਧ ਕੀਤਾ। ਹਰਕ੍ਰਿਸ਼ਨ ਜੀ ਦਾ ਸਭ ਤੋਂ ਪਹਿਲਾਂ ਜਦੋਂ ਗੱਦੀ ਤੇ ਬੈਠੇ ਤਾਂ ਇਹਨਾਂ ਨੇ ਵਿਰੋਧ ਕੀਤਾ ਬੱਚਿਓ, ਇਹਦੇ ਭਰਾ ਰਾਮ ਰਾਏ ਨੇ, ਕਿਉਂਕਿ ਉਹਨਾਂ ਨੇ ਗਲਤ ਸਪਸ਼ਟੀਕਰਨ ਕਰ ਦਿੱਤਾ ਸੀ ਬੱਚਿਓ, ਤੁਹਾਨੂੰ ਦੱਸ ਕੇ ਹਟਿਆ। ਕਿਉਂਕਿ ਇਹ ਦੋਨੇ ਪੁੱਤਰ ਸ਼੍ਰੀ ਗੁਰੂ ਹਰ ਰਾਏ ਜੀ ਦੇ ਹਨ, ਪਰ ਇਹ ਛੋਟੇ ਪੁੱਤਰ ਸਨ ਜਿਹਨਾਂ ਨੂੰ ਗੁਰਗੱਦੀ ਮਿਲੀ। ਤਾਂ ਰਾਮ ਰਾਏ ਜੀ ਨੇ ਵਿਰੋਧ ਕੀਤਾ ਬੱਚਿਓ। ਤਾਂ ਔਰੰਗਜ਼ੇਬ ਕੋਲੇ ਰਾਮ ਰਾਏ ਜੀ ਨੇ ਸ਼ਿਕਾਇਤ ਵੀ ਕੀਤੀ, ਇਹਨਾਂ ਦੇ ਵੱਡੇ ਭਰਾ ਨੇ ਇਹਨਾਂ ਦੀ ਸ਼ਿਕਾਇਤ ਵੀ ਕੀਤੀ। ਤਾਂ ਬੱਚਿਓ ਹਰਕ੍ਰਿਸ਼ਨ ਨੂੰ ਜਦੋਂ ਸ਼ਿਕਾਇਤ ਕਰਦਾ, ਹਰਕ੍ਰਿਸ਼ਨ ਨੂੰ ਔਰੰਗਜ਼ੇਬ ਦਿੱਲੀ ਬੁਲਾ ਲੈਂਦੇ ਨੇ। ਤਾਂ ਬੱਚਿਓ ਦਿੱਲੀ ਪਹੁੰਚਦੇ ਹੀ, ਜਦੋਂ ਦਿੱਲੀ ਪਹੁੰਚਦੇ ਨੇ ਬੱਚਿਓ ਇਹ, ਤਾਂ ਉੱਥੇ ਜਾ ਕੇ ਜੈ ਸਿੰਘ ਦੇ ਬੰਗਲੇ ਦੇ ਵਿੱਚ ਠਹਿਰਦੇ ਨੇ। ਜੈ ਸਿੰਘ ਵੀ ਬੱਚਿਓ ਇਹਨਾਂ ਦੀ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਤਾਂ ਸੂਝ-ਬੂਝ ਤੋਂ ਪ੍ਰਭਾਵਿਤ ਹੋ ਕੇ ਬੱਚਿਓ ਉਸ ਸਮੇਂ ਹਰਕ੍ਰਿਸ਼ਨ ਜੀ ਲਗਭਗ 5 ਸਾਲਾਂ ਦੇ ਹੁੰਦੇ, 5 ਸਾਲਾਂ ਦੇ ਹੁੰਦੇ ਬੱਚਿਓ। ਤਾਂ ਬੱਚਿਓ ਉਸ ਸਮੇਂ ਦਿੱਲੀ ਦੇ ਵਿੱਚ ਜਦੋਂ ਦਿੱਲੀ ਔਰੰਗਜ਼ੇਬ ਨੂੰ ਮਿਲਣ ਜਾਂਦੇ ਨੇ, ਤਾਂ ਦਿੱਲੀ ਦੇ ਵਿੱਚ ਚੇਚਕ ਤੇ ਹੈਜਾ ਫੈਲਿਆ ਹੋਇਆ ਸੀ। ਤਾਂ ਉੱਥੇ ਜਾ ਕੇ ਬੱਚਿਓ ਇਹਨਾਂ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਸਹਾਇਤਾ ਕੀਤੀ ਬੱਚਿਓ, ਉਹ ਸਹਾਇਤਾ ਕਰਨ ਦੇ ਦੌਰਾਨ ਇਹਨਾਂ ਦੀ ਜਿਹੜੀ ਮੌਤ ਹੋਈ 5 ਸਾਲ 3 ਕੁ ਮਹੀਨਿਆਂ ਦੇ ਵਿੱਚ ਹੀ ਹੋ ਗਈ ਸੀ ਬੱਚਿਓ। ਤਾਂ ਇਸ ਦੌਰਾਨ ਬੱਚਿਓ ਇਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 5 ਪੈਸੇ ਤੇ ਨਾਰੀਅਲ ਮੰਗਵਾਇਆ। 5 ਪੈਸੇ ਤੇ ਨਾਰੀਅਲ ਮੰਗਵਾਇਆ। ਤਾਂ ਉਹਨਾਂ ਨੇ ਬੱਚਿਓ ਬਾਬਾ ਬਕਾਲਾ ਨੂੰ ਉੱਤਰਾਧਿਕਾਰੀ ਨਿਯੁਕਤ ਕੀਤਾ। ਬੱਚਿਓ ਇਹਦਾ ਭਾਵ ਸੀ ਵੀ ਜਿਹੜਾ ਅਗਲਾ ਉੱਤਰਾਧਿਕਾਰੀ ਹੋਊਗਾ, ਆਪਣਾ 9ਵੇਂ ਗੁਰੂ ਹੋਣਗੇ, ਤਾਂ ਉਹ ਬਾਬਾ ਬਕਾਲਾ ਵਿੱਚ ਨੇ ਬੱਚਿਓ। ਤਾਂ ਬੱਚਿਓ 30 ਮਾਰਚ 1664 ਨੂੰ ਸ਼੍ਰੀ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ। ਤਾਂ ਇਸ ਤੋਂ ਬਾਅਦ ਬੱਚਿਓ ਆਪਣੇ 9ਵੇਂ ਗੁਰੂ ਬਾਬਾ ਬਕਾਲਾ ਦੇ ਵਿੱਚ ਆਪਾਂ ਪੜ੍ਹਾਂਗੇ। ਤਾਂ ਇਹਨਾਂ ਦੇ ਰਿਪੀਟ ਕਰ ਲਈ ਬੱਚਿਓ ਹਰਕ੍ਰਿਸ਼ਨ ਜੀ ਦੇ ਕੰਮ। ਪਹਿਲੀ ਗੱਲ ਤਾਂ ਬੱਚਿਓ ਇਹਨਾਂ ਨੂੰ ਬਾਲ ਪੀਰ ਕਿਹਾ ਜਾਂਦਾ ਹੈ। ਤਾਂ ਇਹਨਾਂ ਦਾ ਜਨਮ ਕੀਰਤਪੁਰ ਦੇ ਵਿੱਚ ਹੋਇਆ ਬੱਚਿਓ। ਪਿਤਾ ਤੁਹਾਨੂੰ ਮੈਂ ਦੱਸ ਦਿੱਤਾ, ਪਿਤਾ ਸ਼੍ਰੀ ਗੁਰੂ ਹਰ ਰਾਏ ਜੀ ਨੇ, ਅਤੇ ਭਰਾ ਦਾ ਨਾਮ ਬੱਚਿਓ ਰਾਮ ਰਾਏ ਯਾਦ ਰੱਖਣਾ। ਦਿੱਲੀ ਵਿਖੇ ਇਹਨਾਂ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ, ਅਤੇ ਜਦੋਂ ਕਿ ਉੱਥੇ ਦਿੱਲੀ ਦੇ ਵਿੱਚ ਚੇਚਕ ਤੇ ਹੈਜਾ ਫੈਲਿਆ ਹੋਇਆ ਸੀ। ਤਾਂ ਬੱਚਿਓ 9ਵੇਂ ਅਤੇ 10ਵੇਂ ਗੁਰੂ ਆਪਾਂ ਅਗਲੇ ਪਾਠ ਦੇ ਵਿੱਚ ਕਰਾਂਗੇ। ਥੈਂਕ ਯੂ ਬੱਚਿਓ, ਧੰਨਵਾਦ।